ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਪੂਰਾ ਮਹੀਨਾ ਹੀ ਸ਼ੋਕ ਦਾ ਹੈ। ਪਹਿਲਾਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਸ਼ਹਾਦਤ। ਇਹ ਪੂਰਾ ਮਹੀਨਾ ਹੀ ਸ਼ੋਕ ਦਾ ਮਹੀਨਾ ਹੈ। ਜਿੰਨਾ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰੀਏ, ਉਹਨਾਂ ਨੂੰ ਪ੍ਰਣਾਮ ਕਰਨੀ, ਉਹਨਾਂ ਦੇ ਚਰਨਾਂ ਦੇ ਵਿੱਚ ਓਨਾ ਹੀ ਘੱਟ ਹੈ। ਜੋ ਸੰਗਤ ਜੀ ਅੱਜ ਦਾ ਸ਼ਬਦ ਹੈ ਗੁਰਦਾਸ ਜੀ ਦੀ ਵਾਰਾਂ ਚੋਂ ਲਿੱਤਾ ਹੈ। ਸਿੱਖੀ ਦਾ ਕਰਤੱਵਯ। ਸਿੱਖੀ ਦਾ ਕੀ ਕਰਤੱਵਯ ਹੈ? ਗੁਰਸਿੱਖੀ ਦਾ ਜੀਵਣਾ ਜੀਵਦਿਆਂ ਮਰ ਹਉਮੈ ਖੋਵੈ। ਗੁਰਸਿੱਖ ਦਾ ਕੀ ਜੀਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਇਹ ਗੁਰਸਿੱਖ ਦਾ ਕੀ ਕਰਤੱਵਯ ਹੈ? ਇਹ ਗੁਰਦਾਸ ਜੀ ਨੇ ਆਪਣੀ ਵਾਰਾਂ 'ਚ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਗੁਰਸਿੱਖੀ ਦਾ ਜੀਵਣਾ, ਇਹਦਾ ਜੀਵਨ ਏਦਾਂ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਜੀਣਾ ਚਾਹੀਦਾ ਇੱਕ ਗੁਰਸਿੱਖ ਨੂੰ ਕਿ ਜਿੰਦੇ ਜੀ ਆਪਣੀ ਹਉਮੈ ਨੂੰ ਤਿਆਗ ਦੇ। ਆਪਣੀ ਹਉਮੈ ਨੂੰ ਤਿਆਗ ਦੇ। ਸਾਨੂੰ ਬਾਣੀ ਨੇ ਵੀ ਕਿਹਾ ਹੈ ਕਿ ਨੀਵੇਂ ਹੋ ਕੇ ਚੱਲੋ, ਆਪਣੀ ਹਉਮੈ ਨੂੰ ਤਿਆਗੋ। ਗੁਰਸਿੱਖ ਸੱਚਾ ਪੰਥ ਹੈ, ਗੁਰਮੁਖ ਸੱਚਾ ਪੰਥ ਹੈ। ਔਰ ਗੁਰਮੁਖ ਕੌਣ ਹੈ? ਗੁਰਮੁਖ ਦਾ ਪੰਥ ਕੀ ਹੈ? ਗੁਰਮੁਖ ਦਾ ਪੰਥ ਹੈ ਸੱਚ। ਔਰ ਜੋ ਗੁਰਮੁਖ ਹੈ ਉਹਦਾ ਰਸਤਾ ਹੈ ਸੱਚ ਦਾ। ਔਰ ਸੱਚ ਤੇ ਚੱਲ ਕੇ ਫਿਰ ਕੀ ਹੁੰਦਾ ਹੈ? ਸੱਚ ਹੈ ਪਰਮਾਤਮਾ। ਪਰਮਾਤਮਾ ਨੂੰ ਮੰਨਿਆ, ਪਰਮਾਤਮਾ ਦੇ ਦੱਸੇ ਰਸਤੇ ਤੇ ਚੱਲ ਕੇ ਕੀ ਹੁੰਦਾ ਹੈ? ਸਹਿਜ ਕਰ ਜਾਏ ਖਲੋਵੈ। ਸਹਿਜ ਅਗਰ ਅਸੀਂ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲਾਂਗੇ ਤੇ ਫਿਰ ਪਰਮਾਤਮਾ ਦੇ ਦਰਗਾਹ ਦੇ ਵਿੱਚ ਅਸੀਂ ਜਗ੍ਹਾ ਪਾਵਾਂਗੇ। ਸਹਿਜ ਘਰ ਹੈ ਪਰਮਾਤਮਾ ਦੇ ਘਰ ਦੇ ਵਿੱਚ ਸਾਡੀ ਉੱਥੇ ਵੀ ਸਾਨੂੰ ਜਗ੍ਹਾ ਮਿਲੇਗੀ। ਗੁਰਮੁਖ ਸੱਚ ਰਹਿ ਰਾਸ ਹੈ। ਔਰ ਗੁਰਮੁਖ ਦੀ ਕੀ ਹੈ? ਉਹਦੀ ਅਰਦਾਸ, ਉਹਦਾ ਕੀ ਹੈ? ਉਹਦਾ ਕਰਮ ਕੀ ਹੈ? ਪੈਰੀ ਪੈ ਪਾ ਖਾਕ ਜੋ ਹੋਵੇ। ਨਮਰ ਹੋ ਜਾ, ਸਾਰਿਆਂ ਦੀ ਪੈਰਾਂ ਦੀ ਖਾਕ ਬਣ ਜਾ। ਇਹ ਹੀ ਗੁਰਮੁਖ ਦਾ ਇਹ ਸਾਨੂੰ ਵਾਹਿਗੁਰੂ ਨੇ ਦੱਸਿਆ ਹੈ ਕਿ ਗੁਰਮੁਖ ਉਹੀ ਹੈ ਜੋ ਸਾਰਿਆਂ 'ਚ ਨਮਰ ਹੋ ਕੇ ਰਹੇ, ਸਾਰਿਆਂ ਦੇ ਚਰਨ ਧੋ ਕੇ ਪੀਵੇ ਜਦੋਂ ਉਹਨਾਂ ਦੇ ਸਾਰਿਆਂ ਦੀ ਖਾਕ ਬਣ ਜਾਏ। ਇਹ ਤੇ ਸਭ ਨੂੰ ਪਤਾ ਹੈ। ਨੰਦ ਲਾਲ ਜੀ ਨੇ ਵੀ ਕਿਹਾ ਸੀ ਕਿ ਮੈਂ ਖਾਕ ਬਣ ਜਾ। ਜਿੰਨੇ ਵੀ ਵੱਡੇ ਭਗਤ ਹੋਏ ਨੇ, ਉਹਨ ਸਾਡੀ ਤੇ ਹਉਮੈ ਹੀ ਨਹੀਂ ਜਾਂਦੀ। ਜਿੰਨੇ ਵੀ ਭਗਤ ਹੋਏ ਨੇ ਉਹਨਾਂ ਨੇ ਤੇ ਇਹੀ ਕਿਹਾ ਹੈ ਕਿ ਅਸੀਂ ਉਹਨਾਂ ਦੀ ਖਾਕ ਬਣ ਜਾਈਏ ਜੋ ਵਾਹਿਗੁਰੂ ਤੇਰਾ ਨਾਮ ਲੈਂਦੇ ਨੇ। ਗੁਰਸਿੱਖੀ ਦਾ ਨਾਵਣਾ। ਔਰ ਗੁਰਸਿੱਖ ਕੌਣ ਹੈ? ਉਹਦਾ ਨਾਣਾ ਕਿਸ ਤਰ੍ਹਾਂ ਦਾ ਹੈ? ਗੁਰਸਿੱਖੀ ਦਾ ਨਾਵਣਾ ਗੁਰਮਤਿ ਲੈ ਦੁਰਮਤ ਮਲ ਧੋਵੈ। ਗੁਰਸਿੱਖ ਕੌਣ ਹੈ? ਜੋ ਗੁਰੂ ਦੀ ਮੱਤ ਨੂੰ ਲੈ ਕੇ, ਗੁਰੂ ਦੀ ਮੱਤ ਨੂੰ ਆਪਣੇ ਅੰਦਰ ਵਸਾ ਕੇ ਤੇ ਦੁਰਮਤ, ਜੋ ਦੁਰਮਤ ਹੈ, ਜੋ ਸਾਡੀ ਬੁਰੀ ਮੱਤ ਹੈ, ਉਹਨੂੰ ਧੋ ਦਿੰਦਾ ਹੈ। ਗੁਰੂ ਦੀ ਮੱਤ ਨੂੰ ਧੋ ਦਿੰਦਾ ਹੈ। ਗੁਰਸਿੱਖੀ ਦਾ ਪੂਜਣਾ। ਗੁਰਸਿੱਖ ਦਾ ਪੂਜਣਾ ਕੀ ਹੈ? ਉਹਦਾ ਉਹੀ ਪੂਜਣਾ ਪ੍ਰਵਾਨ ਹੈ ਗੁਰਸਿੱਖ ਪੂਜ ਪਿਰਮ ਰਸ ਭੋਵੈ। ਗੁਰਸਿੱਖ ਕੌਣ ਹੈ? ਗੁਰਸਿੱਖ, ਸੱਚਾ ਗੁਰਸਿੱਖ ਉਹੀ ਹੈ ਜੋ ਇੱਕ ਗੁਰੂ ਦੇ ਸਿੱਖ ਦੀ ਪੈਰਾਂ ਦੀ ਉਹ ਪੈਰ ਪਰਸੇ, ਉਹਦੀ ਸੇਵਾ ਕਰੇ। ਉਹੀ ਸੱਚਾ ਗੁਰਸਿੱਖ ਹੈ। ਸੰਗਤ ਜੀ, ਅਨੰਦਪੁਰ ਸਾਹਿਬ ਤੋਂ ਕਿਲਾ ਪਾਤਸ਼ਾਹ ਨੇ ਛੱਡਣਾ ਸੀ। ਸਮੇਂ ਆ ਗਿਆ ਕਿਲਾ ਛੱਡਣ ਦਾ। ਸ਼ਾਮ ਦਾ ਵੇਲਾ ਸੀ। ਪਾਤਸ਼ਾਹ ਨੇ ਦਇਆ ਸਿੰਘ ਜੀ ਨੂੰ ਆਵਾਜ਼ ਦਿੱਤੀ, ਧਰਮ ਸਿੰਘ ਜੀ ਨੂੰ ਆਵਾਜ਼ ਦਿੱਤੀ ਔਰ ਕਿਹਾ ਕਿ ਅੱਜ ਅਸੀਂ ਸ਼ਾਮਾਂ ਨੂੰ ਕਿਲਾ ਛੱਡਣਾ ਹੈ ਤੇ ਤੁਸੀਂ ਕਾਫਲੇ ਦੀ
ਅਗਵਾਈ ਕਰੋਗੇ, ਤੁਸੀਂ ਕਾਫਲੇ ਦੇ ਅੱਗੇ ਚੱਲੋਗੇ ਔਰ ਤੁਹਾਡੀ ਨਿਗਰਾਨੀ ਦੇ ਵਿੱਚ ਕੁਝ ਸਿੱਖ ਹੋਣਗੇ। ਅੱਗੇ ਤੁਸੀਂ ਚੱਲੋਗੇ, ਵਿਚਕਾਰ ਮਾਤਾ ਜੀ ਹੋਣਗੇ, ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਹੋਣਗੇ, ਉਹਨਾਂ ਦੇ ਪਿੱਛੇ ਪਾਤਸ਼ਾਹ ਦੇ ਮਹਿਲ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਕੌਰ ਜੀ ਹੋਣਗੇ। ਉਹਨਾਂ ਤੋਂ ਪਿੱਛੇ ਪਾਤਸ਼ਾਹ ਆਪ ਹੋਣਗੇ ਔਰ ਸਾਰੇ ਨਾਲੋਂ ਪਿੱਛੇ ਕੌਣ ਹੋਣਗੇ? ਸਾਰੇ ਨਾਲੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਹੋਣਗੇ ਔਰ ਉਹਨਾਂ ਦੇ ਨਾਲ ਹੋਣਗੇ ਭਾਈ ਉਦੈ ਸਿੰਘ ਜੀ। ਕਾਫਲਾ ਪਾਤਸ਼ਾਹ ਨੇ ਅਨੰਦਪੁਰ ਛੱਡਤਾ, ਲੈ ਕੇ ਆਪਣੇ 5 ਪਿਆਰੇ, ਆਪਣੇ ਸਿੱਖ ਲੈ ਕੇ, ਆਪਣੇ ਮਹਿਲ ਲੈ ਕੇ, ਆਪਣੇ ਮਾਤਾ ਜੀ ਨੂੰ ਲੈ ਕੇ, ਸੁਪੁੱਤਰਾਂ ਨੂੰ ਲੈ ਕੇ ਪਾਤਸ਼ਾਹ ਨੇ ਅਨੰਦਪੁਰ ਦਾ ਕਿਲਾ ਛੱਡਿਆ। ਜਦੋਂ ਉੱਥੋਂ ਚੱਲੇ ਅਨੰਦਪੁਰ ਜਾਂਦੇ, ਕੀਰਤਪੁਰ ਉਹਨਾਂ ਨੇ ਰਸਤੇ 'ਚ ਮੱਥਾ ਟੇਕਿਆ ਔਰ ਅੱਗੇ ਤੁਰ ਪਏ। ਤੇ ਜਦੋਂ ਜਾ ਰਹੇ ਸੀ ਤੇ ਪਿੱਛੋਂ ਮੁਗਲਾਂ ਦੁਸ਼ਮਣਾਂ ਦੇ ਵਿੱਚੋਂ ਆਵਾਜ਼ ਆਈ, ਕਿਸੇ ਨੇ ਲਲਕਾਰਿਆ ਕਿ ਤੁਸੀਂ ਆਪਣੇ ਸ਼ਸਤਰ ਸੁੱਟ ਦਿਓ, ਸ਼ਸਤਰ ਸੁੱਟ ਦਿਓ, ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ ਤੇ ਤੁਹਾਨੂੰ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ। ਅਗਰ ਨਹੀਂ ਤੁਸੀਂ ਸ਼ਸਤਰ ਸੁੱਟੇ ਤੇ ਕਾਫਲੇ ਨੂੰ ਘੇਰ ਕੇ ਸਾਰਿਆਂ ਨੂੰ ਮਾਰ ਦਿੱਤਾ ਜਾਏਗਾ। ਤੇ ਇਸ ਲਲਕਾਰ ਦਾ ਜਵਾਬ ਬਾਬਾ ਅਜੀਤ ਸਿੰਘ ਜੀ ਨੇ ਦਿੱਤਾ। ਉਹਨਾਂ ਨੇ ਲਲਕਾਰ ਕੇ ਕਿਹਾ ਕਿ ਜੋ ਸ਼ਸਤਰ ਸਾਡੇ ਗੁਰੂ ਪਿਤਾ ਨੇ ਸਾਡੇ ਹੱਥ ਵਿੱਚ ਫੜਾਏ ਨੇ, ਉਹ ਤੇ ਉਦੋਂ ਹੀ ਛੁੱਟਣਗੇ ਜਦੋਂ ਇਸ ਤਨ ਤੋਂ ਜਿੰਦ ਨਿਕਲ ਜਾਏਗੀ। ਜਿੰਦੇ ਜੀ ਉਸ ਗੁਰੂਦੇਵ ਪਾਤਸ਼ਾਹ ਦੇ ਸਿੱਖ ਕਦੀ ਜਿੰਦੇ ਜੀ ਸ਼ਸਤਰ ਤੁਹਾਡੇ ਸਾਹਮਣੇ ਨਹੀਂ ਸੁੱਟਣਗੇ। ਤੇ ਕਾਫਲਾ ਜਾ ਰਿਹਾ ਸੀ, ਹਾਲੀ ਸਰਸਾ ਨਦੀ ਆਈ ਨਹੀਂ ਸੀ। ਤੇ ਜਾਂਦੇ ਜਾਂਦੇ ਪਾਤਸ਼ਾਹ ਨੂੰ ਪਤਾ ਸੀ ਕਿ ਆਉਣ ਵਾਲਾ ਸਮੇਂ ਕਿਸ ਤਰ੍ਹਾਂ ਦਾ ਹੈ। ਤੇ ਜਦੋਂ ਸਰਸਾ ਨਦੀ ਦੇ ਲਾਗੇ ਪਹੁੰਚੇ ਤੇ ਕਿਉਂਕਿ ਉੱਥੋਂ ਦੀ ਰਾਤੀ ਚੱਲੇ ਸੀ ਤੇ ਚੱਲਦੇ ਚੱਲਦੇ ਸਵੇਰ ਹੋਣ ਵਾਲੀ ਸੀ, ਅੰਮ੍ਰਿਤ ਵੇਲਾ ਹੋਣ ਵਾਲਾ ਸੀ, ਪਿੱਛੋਂ ਦੁਸ਼ਮਣ ਆ ਰਿਹਾ ਸੀ। ਤੇ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਅੰਮ੍ਰਿਤ ਵੇਲਾ ਹੋਣ ਵਾਲਾ ਹੈ ਤੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਜੀ ਨੂੰ ਬੁਲਾਇਆ। ਕਿਹਾ, ਦਇਆ ਸਿੰਘ ਜੀ, ਪ੍ਰਭਾਤ ਵੇਲਾ ਹੋਣ ਵਾਲਾ ਹੈ। ਜੀ ਹਜ਼ੂਰ। ਫਿਰ ਉਹਨਾਂ ਨੇ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਬੁਲਾਇਆ ਕਿ ਬੇਟਾ ਅਜੀਤ ਸਿੰਘ ਜੀ, ਅਸੀਂ ਕਾਫਲੇ ਦੇ ਨਾਲ, ਅਸੀਂ ਸਾਰੀ ਸੰਗਤ ਦੇ ਨਾਲ ਅਸੀਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਾਂਗੇ ਔਰ ਤੁਸੀਂ ਅਗਵਾਈ ਕਰੋਗੇ। ਤੁਸੀਂ ਮਤਲਬ ਕਿ ਤੁਸੀਂ ਦੇਖੋਗੇ ਕਿ ਦੀਵਾਨ ਸਜੇਗਾ, ਕਿ ਦੀਵਾਨ ਦੀ ਕੋਈ ਖੰਡਨ ਨਾ ਹੋਏ, ਕੀਰਤਨ ਦੇ ਵਿੱਚ, ਦਰਬਾਰ ਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਖੰਡਨ ਨਾ ਹੋਏ। ਉਹਨਾਂ ਨੂੰ ਹਿਦਾਇਤ ਦਿੱਤੀ ਕਿਉਂਕਿ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ ਬਹੁਤ ਪਿੱਛੇ ਸੀ, ਸਾਰਿਆਂ ਨਾਲੋਂ ਪਿੱਛੇ ਸੀ, ਜੋ ਕਿ ਦੁਸ਼ਮਣਾਂ ਦੇ ਨਾਲ ਉਹ ਟਾਕਰਾ ਕਰ ਰਹੇ ਸੀ। ਤੇ ਉਹਨਾਂ ਨੂੰ ਹਿਦਾਇਤ ਦਿੱਤੀ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਔਰ ਅੰਮ੍ਰਿਤ ਵੇਲਾ ਹੋ ਗਿਆ ਤੇ ਸਮੇਂ ਹੋ ਗਿਆ ਸਿਮਰਨ ਦਾ। ਤੇ ਜਦੋਂ ਇਹ ਪਾਤਸ਼ਾਹ ਹਿਦਾਇਤ ਦੇ ਰਹੇ ਸੀ ਕਿ ਅਸੀਂ ਕਾਫਲੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਨਾ ਹੈ, ਤੇ ਪਾਤਸ਼ਾਹ ਦੇ ਸਿੱਖਾਂ ਦੇ ਵਿੱਚੋਂ ਇੱਕ ਸਿੱਖ ਨੇ ਕਿਹਾ ਕਿ ਪਾਤਸ਼ਾਹ, ਪਿੱਛੇ ਤੇ ਦੁਸ਼ਮਣ ਹੈ, ਪਿੱਛੇ ਤੇ ਦੁਸ਼ਮਣ ਆ ਰਿਹਾ ਹੈ। ਤੇ ਪਾਤਸ਼ਾਹ ਨੇ ਕੀ ਕਿਹਾ ਕਿ ਅੰਮ੍ਰਿਤ ਵੇਲਾ ਹੀ ਇੱਕ ਸਿੱਖ ਦੀ ਪੂੰਜੀ ਹੈ। ਅੰਮ੍ਰਿਤ ਵੇਲਾ ਹੀ ਸਿੱਖ ਦੀ ਪੂੰਜੀ ਹੈ। ਨਾਮ ਸਿਮਰਨ ਹੀ ਸਿੱਖ ਦੀ ਪੂੰਜੀ ਹੈ।
ਜਿਸ ਨੇ ਇਹ ਅੰਮ੍ਰਿਤ ਵੇਲੇ ਦੀ ਪੂੰਜੀ, ਜਿਸ ਸਿੱਖ ਨੇ ਇਹ ਅੰਮ੍ਰਿਤ ਵੇਲੇ ਦੇ ਨਾਮ ਸਿਮਰਨ ਦੀ ਪੂੰਜੀ ਗਵਾ ਦਿੱਤੀ, ਤੇ ਉਹਨੂੰ ਫਿਰ ਦੁਸ਼ਮਣ ਕਿਤੇ ਵੀ ਘੇਰ ਕੇ ਮਾਰ ਸਕਦਾ ਹੈ। ਤੇ ਸੰਗਤ ਜੀ, ਇਹ ਜੋ ਪੂੰਜੀ ਹੈ ਨਾਮ ਸਿਮਰਨ ਦੀ, ਇਹ ਬਾਹਰੀ ਦੁਸ਼ਮਣਾਂ ਦੇ ਨਾਲ ਵੀ ਲੜਨ ਵਾਸਤੇ ਸਾਨੂੰ ਸਾਡੀ ਰੱਖਿਆ ਕਰਦੀ ਹੈ। ਔਰ ਇਹ ਸਾਡੇ ਜੋ ਅੰਦਰ ਦੁਸ਼ਮਣ ਨੇ, ਜੋ ਸਾਡੇ ਵਿਕਾਰ ਨੇ, ਉਹਨਾਂ ਨੂੰ ਵੀ, ਉਹਨਾਂ ਵਾਸਤੇ ਵੀ ਇਹ ਨਾਮ ਸਿਮਰਨ ਸਾਨੂੰ ਉਹਨਾਂ ਤੋਂ ਵੀ ਦੂਰ ਰੱਖਦੀ ਹੈ, ਉਹਨਾਂ ਤੋਂ ਵੀ ਸਾਡੀ, ਉਹ ਦੁਸ਼ਮਣਾਂ ਤੋਂ ਵੀ ਸਾਡੀ ਰੱਖਿਆ ਕਰਦੀ ਹੈ। ਅੰਮ੍ਰਿਤ ਵੇਲਾ ਹੋਇਆ, ਆਸਾ ਜੀ ਦੀ ਵਾਰ ਦਾ ਪਾਤਸ਼ਾਹ ਨੇ ਆਪ ਗਾਇਨ ਕੀਤੀ। ਉਧਰੋਂ ਪਿੱਛੇ ਦੁਸ਼ਮਣ ਸੀ, ਅੱਗੇ ਸਰਸਾ ਨਦੀ ਪੂਰੇ ਜੋਬਨ ਤੇ ਸੀ, ਉੱਪਰੋਂ ਦੀ ਬਾਰਿਸ਼ ਹੋ ਰਹੀ ਸੀ, ਬੂੰਦਾਬਾਂਦੀ ਹੋ ਰਹੀ ਸੀ, ਤੇ ਪਾਤਸ਼ਾਹ ਨੇ ਤਾਰਿਆਂ ਦੀ ਛਾਂ ਵਿੱਚ, ਬੂੰਦਾਬਾਂਦੀ ਹੋ ਰਹੀ ਸੀ, ਤਾਰਿਆਂ ਦੀ ਛਾਂ ਵਿੱਚ ਪਾਤਸ਼ਾਹ ਨੇ ਉਸ ਦਿਨ ਆਪ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਜਦੋਂ ਉਹ ਕੀਰਤਨ ਗਾਇਨ ਕਰ ਰਹੇ ਸੀ, ਜਦੋਂ ਦੀਵਾਨ ਸਜਿਆ ਹੋਇਆ ਸੀ, ਮਾਤਾ ਜੀ ਸਾਹਮਣੇ ਬੈਠੇ ਸੀ ਦੋਨਾਂ ਸਾਹਿਬਜ਼ਾਦਿਆਂ ਦੇ ਨਾਲ, ਤੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਅੱਜ ਇਹ ਪਰਿਵਾਰ ਅਖੀਰੀ ਸਮੇਂ, ਅੱਜ ਇਹ ਪਰਿਵਾਰ ਇਕੱਠਾ ਹੈ ਔਰ ਅੱਜ ਤੋਂ ਬਾਅਦ ਇਹ ਪਰਿਵਾਰ ਨੇ ਖਿੰਡ ਜਾਣਾ ਹੈ। ਦੀਵਾਨ ਦੀ ਸਮਾਪਤੀ ਹੋਈ। ਜਦੋਂ ਦੀਵਾਨ ਸਜਿਆ ਹੋਇਆ ਸੀ, ਬਾਬਾ ਅਜੀਤ ਸਿੰਘ ਔਰ ਭਾਈ ਉਦੈ ਸਿੰਘ ਜੀ ਦੁਸ਼ਮਣਾਂ ਦਾ ਟਾਕਰਾ ਕਰ ਰਹੇ ਸੀ। ਦੀਵਾਨ ਦੀ ਸਮਾਪਤੀ ਹੁੰਦੀ ਹੈ, ਸਰਸਾ ਨਦੀ ਪਾਰ ਕਰਨ ਲੱਗਦੇ ਨੇ, ਤੇ ਪਾਤਸ਼ਾਹ, ਸੰਗਤ ਜੀ, ਆਪ ਜੀ ਨੂੰ ਪਤਾ ਹੈ ਕਿ 3 ਹਿੱਸਿਆਂ ਦੇ ਵਿੱਚ ਪਾਤਸ਼ਾਹ ਦਾ ਪਰਿਵਾਰ ਵੰਡਿਆ ਜਾਂਦਾ ਹੈ। ਬਹੁਤ ਸਾਰੇ ਸਿੱਖ ਪਾਣੀ ਦੇ, ਕਿਉਂਕਿ ਸਰਸਾ ਨਦੀ ਦਾ ਬਹਾਵ ਬਹੁਤ ਤੇਜ਼ ਸੀ, ਬਾਰਿਸ਼ ਹੋ ਰਹੀ ਸੀ, ਬਹੁਤ ਸਾਰੇ ਸਿੱਖ ਪਾਣੀ ਦੇ ਬਹਾਵ 'ਚ ਬਹਿ ਗਏ। ਕੁਝ ਗ੍ਰੰਥ ਵੀ ਸਰਸਾ ਨਦੀ ਦੇ ਪਾਣੀ ਦੇ ਬਹਾਵ 'ਚ ਬਹਿ ਗਏ। ਇੱਕ ਪਾਸੇ ਮਾਤਾ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਚਲੇ ਗਏ, ਇੱਕ ਪਾਸੇ ਪਾਤਸ਼ਾਹ ਦੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਚਲੇ ਗਏ, ਔਰ ਇੱਕ ਪਾਸੇ ਪਾਤਸ਼ਾਹ ਆਪਣੇ 5 ਸਿੰਘਾਂ ਦੇ ਨਾਲ, ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ ਚਲੇ ਗਏ। ਸਰਸਾ ਨਦੀ ਪਾਰ ਕੀਤੀ। ਜਦੋਂ ਸਰਸਾ ਨਦੀ ਪਾਰ ਕੀਤੀ ਪਿੱਛੇ ਤੇ ਦੁਸ਼ਮਣ ਸੀ, ਤੇ ਪਾਤਸ਼ਾਹ ਨੇ ਕਿਹਾ ਨਦੀ ਪਾਰ ਕਰਕੇ ਕਿ ਭਾਈ ਦਇਆ ਸਿੰਘ ਜੀ, ਕੋਈ ਟਿਕਾਣਾ ਲੱਭੀਏ ਤਾਂ ਕਿ ਅਸੀਂ ਓਟ ਆਸਰਾ ਲੈ ਕੇ ਟਿਕਾਣੇ ਦਾ, ਤਾਂ ਅਸੀਂ ਦੁਸ਼ਮਣ ਨਾਲ ਜੰਗ ਕਰਾਂਗੇ। ਤੇ ਉੱਥੇ 2 ਭਰਾ ਸੀ, ਅੱਗੇ ਉੱਥੇ 2 ਭਰਾ ਸੀ। ਇੱਕ ਦਾ ਨਾਮ ਸੀ ਭਾਈ ਗਰੀਬੂ, ਦੂਸਰੇ ਦਾ ਨਾਮ ਸੀ ਬੁੱਧੀ ਚੰਦ ਰਾਵਤ। ਬੁੱਧੀ ਚੰਦ ਰਾਵਤ ਪਾਤਸ਼ਾਹ ਜੀ ਦੇ ਪਾਸ ਆਪ ਆਏ, ਉਹਨਾਂ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹੇ ਪਾਤਸ਼ਾਹ, ਤੁਸੀਂ ਤੇ ਆਪਣਾ ਸਭ ਕੁਝ ਸਾਡੇ ਵਾਸਤੇ ਵਾਰਨ ਵਾਸਤੇ ਤਿਆਰ ਹੋ, ਤੇ ਪਾਤਸ਼ਾਹ ਤੁਸੀਂ ਸਾਨੂੰ ਕੁਝ ਸੇਵਾ ਦਾ ਮੌਕਾ ਦਿਓ। ਮੇਰੀ ਇੱਥੇ ਇੱਕ ਕੱਚੀ ਗੜੀ ਹੈ, ਆਪ ਜੀ ਨੇ ਅਗਰ ਰਹਿਣ ਬਸੇਰਾ ਕਰਨਾ ਹੈ ਤੇ ਆਪ ਤੁਸੀਂ ਉੱਥੇ ਆਓ ਔਰ ਤੁਸੀਂ ਉੱਥੇ ਤੁਸੀਂ ਠਹਿਰੋ। ਪਾਤਸ਼ਾਹ ਉੱਥੇ ਗਏ। ਉਹਦੀ ਗੜੀ ਦੇ ਵਿੱਚ, ਕੱਚੀ ਗੜੀ ਦੇ ਵਿੱਚ ਪਾਤਸ਼ਾਹ ਨੇ ਪ੍ਰਵੇਸ਼ ਕੀਤਾ। ਜਦੋਂ ਪਾਤਸ਼ਾਹ ਨੇ ਪ੍ਰਵੇਸ਼ ਕੀਤਾ ਤੇ ਆਪਣੇ ਕਮਰ ਕੱਸੇ ਚੋਂ ਪਾਤਸ਼ਾਹ ਨੇ ਇੱਕ ਖੰਜਰ ਕੱਢਿਆ। ਖੰਜਰ ਕੱਢ ਕੇ ਕੱਚੀ ਦੀਵਾਰ ਤੋਂ ਪਾਤਸ਼ਾਹ ਨੇ ਕੁਝ ਮਿੱਟੀ ਤੋੜੀ ਔਰ ਹਥੇਲੀ ਤੇ ਮਸਲ ਕੇ ਹਵਾ 'ਚ ਉਡਾਇਆ। ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਪਾਤਸ਼ਾਹ ਆਪ ਮੁਸਕਰਾਏ ਕਿਉਂ? ਇਹ ਮੁਸਕਰਾਹਟ ਦਾ ਕਾਰਨ ਕੀ ਹੈ ਪਾਤਸ਼ਾਹ? ਫਿਰ ਦੇਖਿਆ
पातशाह ने कुछ नहीं किया। फिर देखा कि पातशाह ने मिट्टी अपने हाथ ते मसल के उड़ाई है। ते दया सिंह जी ने फिर पूछा कि पातशाह ये माजरा की है? आप जी मुस्कुराए, आप जी ने ये मिट्टी उड़ाई, पातशाह तुसी दसोगे ए माजरा की है? ते पातशाह ने कहा कि ये जो कच्ची मिट्टी है एदे अगे वड्डे वड्डे हुकूमत वालियां दे किले भी झुकणगे। महाराज ने कहा कि ये मिट्टी इसलिए उड़ाई है क्योंकि जिस खित्ते में हम कहते थे आना ये वो ही है। पातशाह कहंदे कि जिस साहिबजादियां नूं, जिस बच्चियां नूं, जे असी पुत्तरां नूं असी ਵੱਡਾ ਕੀਤਾ, ਅਸੀਂ ਉਹਨਾਂ ਨੂੰ ਇੱਥੇ ਲੈ ਕੇ ਆਏ ਔਰ ਇੱਥੋਂ ਹੀ ਉਹਨਾਂ ਨੇ ਕੁਰਬਾਨ ਹੋਣਾ ਹੈ। ਇਹ ਉਹੀ ਜਗ੍ਹਾ ਹੈ। ਤੇ ਪਾਤਸ਼ਾਹ ਨੇ ਕੀ ਕਿਹਾ ਕਿ ਪਾਤਸ਼ਾਹ ਨੇ ਕਿਹਾ ਕਿ ਇਹ ਪੁੱਤਰਾਂ ਨੇ ਉਸ ਅਕਾਲ ਪੁਰਖ ਦੀ ਗੋਦ ਵਿੱਚ, ਉਸ ਕੌਮ ਦੀ ਖਾਤਰ ਵਿੱਚ ਅਸੀਂ ਉਹਨਾਂ ਨੂੰ ਭੇਟ ਕਰਨਾ ਹੈ। ਇਹ ਜਗ੍ਹਾ ਹੋਈ ਹੈ। ਤੇ ਪਾਤਸ਼ਾਹ ਨੇ ਫਿਰ ਕੀ ਕਿਹਾ, जिस खित्ते में हम कहते थे आना ये वो ही है, कल लुट के जिस जगह से जाना ये वो ही है, जिस जगह पे बच्चों को कटाना ये वो ही है, मिट्टी कह देती है ठिकाना ये वो ही है। ते पातशाह ने मिट्टी नूं सलामी दिती और कहा कि अज ये जो कच्ची गड़ी है ਇਹਦੇ ਅੰਦਰ ਪੱਕਿਆਂ ਦਾ ਬਸੇਰਾ ਹੋ ਗਿਆ ਹੈ ਔਰ ਆਉਣ ਵਾਲੇ ਸਮੇਂ ਤੱਕ ਇਹ ਇਸ ਮਿੱਟੀ ਨੂੰ ਨਮਸਕਾਰ ਹੋਏਗੀ। ਇਸ ਮਿੱਟੀ ਜੋ ਅਸੀਂ ਮਿੱਟੀ ਉਡਾਈ ਹੈ, ਆਉਣ ਵਾਲੇ ਸਮੇਂ ਤੱਕ ਔਰ ਜਦੋਂ ਤੱਕ ਇਹ ਸਮੇਂ ਰਹੇਗਾ, ਜਦੋਂ ਤੱਕ ਇਹ ਦੁਨੀਆ ਰਹੇਗੀ, ਇਹ ਮਿੱਟੀ ਨੂੰ ਇਹ ਨਤਮਸਤਕ ਸਭ ਹੁੰਦੇ ਰਹਿਣਗੇ। ਇਹ ਮਿੱਟੀ ਮਸਤਕ ਤੇ ਲਗਾਈ ਜਾਏਗੀ। ਤੇ संगत जी ऐनी जी सेवा प्रवान करना। अगे भाई गुरदास जी की कहंदे ने कि गुरसिखी दा पूजना। पातशाह ने जो सानू हिदायतां दित्तियां ओ पातशाह ने अपने उत्ते हंडा के दिखाईयां। चाहे ओ अमृत वेला सांभना होए, चाहे ओ सिखां दी जदों चाहे ओ सिखां दे सेवा भावना होए, चाहे सिखा, चाहे नम्रता होए, चाहे कुछ वार ना होए, चाहे कोई त्यागना होए, ये सारिया चीज़ां असी ते कुछ त्याग नहीं सकते, असी ते होमा नहीं त्याग सकते। पातशाह ने ते अपना सरबंस त्याग दिता साडे वास्ते। ते ये सब चीज़ां जो पातशाह ने सानू हिदायत दिती करन वास्ते, उन्होंने सिर्फ ये हिदायत नहीं दिती कि सिख ने करना है, क्योंकि कई साडे वर्गे मूर्ख ते ये भी कह दिंदे ने कि कोई आप अपने उत्ते करके दिखाए, सानू कहना ते बड़ा आसान है। इसलिए पातशाह साडे सामने वो एग्जाम्पल सेट करके गए, वो अपने ऊपर हंडा के गए कि एक सिख दा जीवना किस तरह दा होना चाहिए। गुरसिखी दा मनना, गुर बचनी गल हार परोवे। और गुरसिखी दा जीवना मनना की हुंदा है कि गुरसिख दा किस तरह मनना है, वाहिगुरु दे बचना नू मनना है। जो वाहिगुरु ने सानू क्या है, जिस मार्ग ते चलण नू, जो सानू करन नू क्या है, गुरसिख दा मनना, गुर बचनी गल हार परोवे। ओ सारियां गल्लां नू ओ अपने कंठ परो के रखे। जो सानू वाहिगुरु ने नाम बाणी सिमरन दिती है, जो सानू करतव्य दिता है, सानू सेवा करन नू, नाम जपण नू, वंड के छकण नू, ओ सानू अपने कंठ परो के रखना है। गुरसिखी दा जीवना, जीव दिया मर होमै खोवे, साध संगत गुर शबद विलुवे। कि साध संगत विच आके ये सानू सारियां चीज़ां ये साध संगत च सानू आके सीखना है, साध संगत दी सानू सेवा करनी है। ये सानू वाहिगुरु ने जो हिदायत दिती है,
ਕੋਸ਼ਿਸ਼ ਕਰੀਏ ਬਾਬਾ ਜੀ ਦੇ ਚਰਨਾਂ 'ਚ ਅਸੀਂ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਵੀ ਇੰਨੀ ਰਹਿਮਤ ਕਰੋ, ਸਾਡੇ ਤੇ ਵੀ ਇੰਨੀ ਕਿਰਪਾ ਕਰੋ ਕਿ ਅਸੀਂ ਵੀ ਤੁਹਾਡੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ। ਔਰ ਸਾਡੇ ਦੱਸੇ ਹੋਏ ਮਾਰਗ ਤੇ ਚੱਲਣਾ ਹੀ ਆਪ ਜੀ ਵਾਸਤੇ ਥੋੜੀ ਜੀ ਛੋਟੀ ਜੀ ਇੱਕ ਸ਼ਰਧਾਂਜਲੀ ਹੋਏਗੀ, ਇੱਕ ਛੋਟੀ ਜੀ ਇੱਕ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਸਾਡੀ ਭੇਟਾ ਹੋਏਗੀ। ਅਗਰ ਅਸੀਂ ਕੁਝ ਵੀ ਇਹਦੇ ਚੋਂ ਕੁਝ ਵੀ ਅਸੀਂ ਅਗਰ ਆਪਣੇ ਜੀਵਨ 'ਚ ਲਾਗੂ ਕਰ ਸਕੀਏ। ਤੇ ਸੰਗਤ ਜੀ ਐਨੀ ਜੀ ਸੇਵਾ ਪ੍ਰਵਾਨ ਕਰੋ। ਆਓ ਹੁਣ ਅਸੀਂ ਰਲ ਕੇ ਸ਼ਬਦ ਪੜ੍ਹਦੇ ਹਾਂ। ਵਾਹਿਗੁਰੂ ਸਤਿਨਾਮ। ਗੁਰ ਸਿੱਖੀ ਦਾ ਜੀਵਣਾ ਗੁਰ ਸਿੱਖੀ ਦਾ ਜੀਵਣਾ ਜੀਵਨ ਦੀਆਂ ਮਰਹੋਂ ਮੈਂ ਖੋਵੈ ਜੀਵਨ ਦੀਆਂ ਮਰਹੋਂ ਮੈਂ ਖੋਵੈ ਗੁਰ ਸਿੱਖੀ ਦਾ ਜੀਵਣਾ ਗੁਰ ਸਿੱਖੀ ਦਾ ਜੀਵਣਾ ਜੀਵਨ ਦੀਆਂ ਮਰਹੋਂ ਮੈਂ ਖੋਵੈ ਜੀਵਨ ਦੀਆਂ ਮਰਹੋਂ ਮੈਂ ਖੋਵੈ ਗੁਰ ਸਿੱਖੀ ਦਾ ਜੀਵਣਾ। ਗੁਰਮੁਖ ਸੱਚਾ ਪੰਥ ਹੈ ਗੁਰਮੁਖ ਸੱਚਾ ਪੰਥ ਹੈ ਸਿੱਖ ਸਹਿਜ ਕਰ ਜਾਏ ਖਲੋਵੈ ਸਿੱਖ ਸਹਿਜ ਕਰ ਜਾਏ ਖਲੋਵੈ ਗੁਰ ਸਿੱਖੀ ਦਾ ਜੀਵਣਾ। ਗੁਰਮੁਖ ਸੱਚ ਰਹਿ ਰਾਸ ਹੈ ਗੁਰਮੁਖ ਸੱਚ ਰਹਿ ਰਾਸ ਹੈ ਪੈਰੀ ਪੈ ਪਾਖਾਕ ਜੋ ਹੋਵੈ ਪੈਰੀ ਪੈ ਪਾਖਾਕ ਜੋ ਹੋਵੈ ਪੈਰੀ ਪੈ ਪਾਖਾਕ ਜੋ ਹੋਵੈ ਗੁਰ ਸਿੱਖੀ ਦਾ ਜੀਵਣਾ। ਗੁਰ ਸਿੱਖੀ ਦਾ ਨਾਮ ਜਪਣਾ 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 ਗੁਰ ਸਿੱਖੀ ਦਾ ਨਾਮ ਜਪਣਾ
ਗੁਰ ਸਿੱਖੀ ਦਾ ਮੰਨਣਾ ਗੁਰ ਸਿੱਖੀ ਦਾ ਮੰਨਣਾ ਗੁਰ ਬਚਨੀ ਗੱਲ ਹਾਰ ਪਰੋਵੈ ਗੁਰ ਬਚਨੀ ਗੱਲ ਹਾਰ ਪਰੋਵੈ ਗੁਰ ਸਿੱਖੀ ਦਾ ਜੀਵਣਾ ਗੁਰ ਸਿੱਖੀ ਦਾ ਜੀਵਣਾ ਜੀਵਨ ਦੀਆਂ ਮਰ ਹੋਮੈ ਖੋਵੈ ਜੀਵਨ ਦੀਆਂ ਮਰ ਹੋਮੈ ਖੋਵੈ ਸਾਧ ਸੰਗਤ ਗੁਰ ਸ਼ਬਦ ਵਿਲੋਵੈ ਸਾਧ ਸੰਗਤ ਗੁਰ ਸ਼ਬਦ ਵਿਲੋਵੈ ਗੁਰ ਸਿੱਖੀ ਦਾ ਜੀਵਣਾ ਗੁਰ ਸਿੱਖੀ ਦਾ ਜੀਵਣਾ ਜੀਵਨ ਦੀਆਂ ਮਰ ਹੋਮੈ ਖੋਵੈ ਜੀਵਨ ਦੀਆਂ ਮਰ ਹੋਮੈ ਖੋਵੈ ਗੁਰ ਸਿੱਖੀ ਦਾ ਜੀਵਣਾ ਗੁਰ ਸਿੱਖੀ ਦਾ ਜੀਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।